ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਅੰਨਦਾਤੇ ਦੇ ਉਸ ਸੰਘਰਸ਼ ਦੇ ਵੱਲ ਕਰਾਂਗੇ ਜੋ ਸੰਘਰਸ਼ ਲਗਾਤਾਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੈ ਤੇ ਇਸੇ ਸੰਘਰਸ਼ ਦੀ ਕੜੀ ਦੇ ਵਿੱਚ ਵੱਖੋ ਵੱਖਰੇ ਪੜਾਅ ਜੁੜਦੇ ਜਾ ਰਹੇ ਨੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਮਹਾਂ ਪੰਚਾਇਤਾਂ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਜੋ ਪਹਿਲਾਂ ਉੱਤਰ ਪ੍ਰਦੇਸ਼ ਦੇ ਵਿੱਚ ਹੋਈਆਂ ਨੇ ਤੇ ਹੁਣ ਇਹ ਮਹਾਂ ਪੰਚਾਇਤਾਂ ਹਰਿਆਣੇ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਹੋ ਰਹੀਆਂ ਨੇ, ਜਿਸ ਮਹਾਂ ਪੰਚਾਇਤਾਂ ਦੇ ਵਿੱਚ ਲੋਕਾਂ ਦੇ ਵੱਡੇ ਇਕੱਠ ਵੇਖਣ ਨੂੰ ਮਿਲਦੇ ਨੇ ਤੇ ਇਹਨਾਂ ਹੀ ਮਹਾਂ ਪੰਚਾਇਤਾਂ ਦੇ ਵਿੱਚੋਂ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਵੱਖੋ ਵੱਖਰੇ ਮਤੇ ਇਸ ਸਾਰੇ ਸੰਘਰਸ਼ ਦੇ ਦੌਰਾਨ ਪਾਸ ਕੀਤੇ ਨੇ। ਜਦੋਂ ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀ ਹਰਿਆਣਾ ਦੇ ਵਿੱਚ ਮਹਾਂ ਪੰਚਾਇਤ ਕੀਤੀ ਤਾਂ ਉਸ ਮਹਾਂ ਪੰਚਾਇਤ ਦੇ ਦੌਰਾਨ ਸਭ ਤੋਂ ਵੱਡਾ ਜੋ ਮਤਾ ਕਿਸਾਨ ਜਥੇਬੰਦੀਆਂ ਨੇ ਪਾਸ ਕੀਤਾ ਉਹ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦਾ ਹੈ। MSP ਦੀ ਲਿਖਤੀ ਗਰੰਟੀ ਕਾਨੂੰਨ ਦੇ ਰੂਪ ਦੇ ਵਿੱਚ ਲੈਣ ਦੇ ਲਈ ਮਤਾ ਪਾਸ ਹੋਇਆ ਹੈ ਤੇ ਵੱਖੋ ਵੱਖਰੇ ਤਰੀਕਾਂ ਦੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੌਜਵਾਨਾਂ ਦੀ ਰਿਹਾਈ ਦੀ ਗੱਲ ਵੀ ਹੋ ਰਹੀ ਹੈ ਜੋ 26 ਜਨਵਰੀ ਦੀ ਘਟਨਾ ਨੂੰ ਲੈ ਕੇ ਦਿੱਲੀ ਦੀਆਂ ਕਈ ਜੇਲ੍ਹਾਂ ਦੇ ਵਿੱਚ ਬੰਦ ਨੇ। ਸੋ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੀ ਮਤਾ ਇਸੇ ਮਹਾਂ ਪੰਚਾਇਤ ਦੇ ਦਰਮਿਆਨ ਪਾਸ ਕੀਤਾ ਗਿਆ। ਸੋ ਇਸ ਨੂੰ ਲੈ ਕੇ ਹੁਣ ਲਗਾਤਾਰ ਰੇੜਕਾ ਵੀ ਬਰਕਰਾਰ ਹੈ ਤੇ ਉਧਰ ਜੇਕਰ ਕੇਂਦਰੀ ਮੰਤਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਲਗਾਤਾਰ ਬਿਆਨ ਨੇ ਕਿ ਬੈਠਕ ਕਰਨ ਦੇ ਲਈ ਕਿਸਾਨ ਸਾਡੇ ਤੱਕ ਪਹੁੰਚ ਕਰ ਲੈਣ ਤੇ ਉਸੇ ਵਕਤ ਅਸੀਂ ਬੈਠਕ ਕਰਨ ਦੇ ਲਈ ਤਿਆਰ ਹਾਂ। ਇਸ ਨੂੰ ਲੈ ਕੇ ਭਾਜਪਾ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਬਿਆਨ ਹੈ। ਸੁਰਜੀਤ ਜਿਆਣੀ ਦਾ ਕਹਿਣਾ ਹੈ ਕਿ ਜਦੋਂ ਵੀ ਕਿਸਾਨ ਕਹਿਣ ਉਸੇ ਵਕਤ ਮੀਟਿੰਗ ਦੇ ਲਈ ਅਸੀਂ ਤਿਆਰ ਹਾਂ। ਕਿ ਕੁਝ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਹੈ ਉਹ ਸੁਣਦੇ ਹਾਂ। ਗੱਲਬਾਤ ਦੇਖੋ ਜੀ, ਹੁਣ ਸਰਕਾਰ ਨੇ ਤਾਂ ਕਹਿਤਾ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਔਰ ਪ੍ਰਧਾਨ ਮੰਤਰੀ ਨੇ ਬੋਲਦੇ ਹੋਏ ਕਹਿਤਾ ਕਿ ਤੋਮਰ ਸਾਹਿਬ ਨਾਲ ਜਿਹੜੀ ਕਿਸਾਨ ਜਥੇਬੰਦੀਆਂ ਦੀ ਗੱਲ ਹੋਈ ਹੈ ਤਾਂ 1 ਘੰਟੇ ਦੀ ਲੋੜ ਹੈ, ਅਸੀਂ ਉਸ ਤੇ ਸਟੈਂਡ ਕਰਦੇ ਹਾਂ। ਤਾਂ ਉਹਦੇ ਬਾਅਦ ਕੀ ਰਹਿ ਜਾਂਦਾ ਹੈ ਕਿ ਹੁਣ ਜਥੇਬੰਦੀਆਂ ਟੈਲੀਫੋਨ ਕਰਨ, ਮੀਟਿੰਗ ਕੱਲ ਕਰਾ ਲੈਣ, ਪਰਸੋਂ ਕਰਾ ਲੈਣ, ਮਹੀਨੇ ਨੂੰ ਕਰਾ ਲੈਣ, 2 ਮਹੀਨੇ ਨੂੰ ਕਰਾਉਣ, ਹੁਣ ਇਹਨਾਂ ਤੇ ਹੀ ਹੈ। ਜਦੋਂ ਕਹਿਣ ਮੀਟਿੰਗ ਹੋ ਜੂਗੀ। ਦੇਖੋ ਮੇਰੀ ਗੱਲ ਸੁਣੋ, ਇਹਦੇ ਵਿੱਚ ਪ੍ਰਜਾਤੰਤਰ ਦੇਸ਼ ਹੈ ਔਰ ਪ੍ਰਜਾਤੰਤਰ ਦੇਸ਼ ਦਾ ਜਿਹੜਾ ਨਜਾਇਜ਼ ਫਾਇਦਾ ਅੱਜ ਉਠਾਇਆ ਜਾ ਰਿਹਾ ਹੈ ਇਹ ਬੜਾ ਗਲਤ ਹੈ, ਜ਼ਿਆਦਾ ਦਿਨ ਨਹੀਂ ਚੱਲਣ ਵਾਲਾ। ਔਰ ਜੋ ਘਟਨਾ ਹੈ ਦੇਖੋ, ਸਾਡੀ ਲੜਾਈ ਵਿਚਾਰਾਂ ਦੀ ਹੋਣੀ ਚਾਹੀਦੀ ਹੈ, ਡਾਂਗਾ ਸੋਟਾਂ ਦੀ ਨਹੀਂ ਹੈ। ਜਦੋਂ ਅਸੀਂ ਵੋਟ ਪ੍ਰਣਾਲੀ ਹੈ, ਜਿਹਨੂੰ ਵੋਟ ਜੋ ਲੋਕਾਂ ਦੀ ਮਰਜ਼ੀ ਹੈ, ਜੇ ਪ੍ਰਜਾਤੰਤਰ ਦੇ ਵਿੱਚ ਜੋ ਵੋਟ ਜਿਹਨੂੰ ਦੇਣ ਸਾਡੇ ਡਾਂਗਾ ਸੋਟਾਂ ਦੀ ਨਹੀਂ ਹੋਣੀ ਚਾਹੀਦੀ ਹੈ, ਸਾਡੀ ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ। ਜੋ ਘਟਨਾ ਸੁਖਬੀਰ ਜੀ ਦੇ ਨਾਲ ਹੋਈ ਹੈ, ਬਿੱਟੂ ਨਾਲ ਹੋਈ ਹੈ, ਕਿਸੇ ਨਾਲ ਵੀ ਹੋਵੇ, ABC ਕਿਸੇ ਨਾਲ ਵੀ ਹੋਵੇ, ਰਾਜਨੀਤਿਕ ਤੌਰ ਤੇ ਗੱਲਾਂ ਨਹੀਂ ਚਾਹੀਦੀਆਂ। ਲੜਾਈ ਸਾਡੀ ਵਿਚਾਰਾਂ ਦੀ ਹੋਣੀ ਚਾਹੀਦੀ ਹੈ ਔਰ ਅੱਛੇ ਵਿਚਾਰ ਆਪਦੇ ਦੇ ਕੇ ਲੋਕਾਂ ਨੂੰ ਆਪਦੇ ਹੱਕ 'ਚ ਕਰਕੇ ਵੋਟ ਪ੍ਰਣਾਲੀ ਨਾਲ ਤੁਸੀਂ ਜਿੱਤ ਪ੍ਰਾਪਤ ਕਰੋ। ਉਹ ਡਾਂਗ ਸੋਟਾਂ ਨਾਲ ਕਦੇ ਜਿੱਤ ਨਹੀਂ ਹੁੰਦੀ ਔਰ ਇਸ ਦਾ ਸੰਦੇਸ਼ ਜਿਹੜਾ ਬੜਾ ਗਲਤ ਜਾ ਰਿਹਾ। ਰਾਜਨੀਤਿਕ ਪਾਰਟੀਆਂ ਵੀ ਕਿਸੇ ਹੋਰ ਜਾ ਰਹੀਆਂ। ਇਹ ਕੰਡੇ ਜਿਹੜੇ ਅਸੀਂ ਖਿੰਡਾ ਰਹੇ ਹਾਂ ਨਾ, ਇਹ ਸਾਨੂੰ ਸਾਰਿਆਂ ਨੂੰ ਚੁਗਣੇ ਪੈਣੇ ਆ। ਇਹ ਮੈਂ ਤੁਹਾਨੂੰ ਦੱਸਦਾ, ਇਹ ਕਿਸੇ ਵਾਸਤੇ ਵੀ ਅੱਛਾ ਨਹੀਂ ਹੈ। ਅਗਰ ਸਾਰੇ ਇੱਕ ਹੋ ਕੇ ਠੀਕ ਹੈ ਲੜਾਈ ਲੜਨੀ ਹੈ, ਸਾਲ ਬਾਅਦ ਪੰਜਾਬ 'ਚ ਇਲੈਕਸ਼ਨ ਆਉਣਗੇ ਉਦੋਂ, ਔਰ 24 ਦੇ ਵਿੱਚ ਜਿਹੜਾ ਪਾਰਲੀਮੈਂਟ ਜਦੋਂ ਦੇਸ਼ ਦਾ ਪਾਰਲੀਮੈਂਟ ਦੇ ਚੁਣਾਵ ਹੋਣਗੇ ਉਦੋਂ ਆਪਦੀ ਗੱਲ ਰੱਖ ਲਿਆ ਜੀ। ਅੱਜ ਤਾਂ ਸਾਨੂੰ ਅੱਛੀ ਸਿੱਖਿਆ ਦੇ ਕੇ ਔਰ ਲੋਕਾਂ ਨੂੰ ਸ਼ਾਂਤ ਕਰਕੇ ਤਾਂ ਕਿ ਦੇਸ਼ ਦਾ ਨੁਕਸਾਨ ਨਾ ਹੋਵੇ। ਉਧਰ ਲਗਾਤਾਰ ਕਿਸਾਨੀ ਮਸਲੇ ਨੂੰ ਲੈ ਕੇ ਕਿਸਾਨ ਆਗੂ ਵੀ ਐਕਟਿਵ ਨਜ਼ਰ ਆ ਰਹੇ ਨੇ। ਕਿਸਾਨ ਆਗੂਆਂ ਦੇ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਦੇ ਜ਼ਰੀਏ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਵਿੱਚ ਇੱਕ ਹੋਰ ਵੀਡੀਓ ਜਾਰੀ ਕੀਤੀ, ਉਹ ਵੀਡੀਓ ਵੇਖਦੇ ਹਾਂ ਕਿ ਆਖਰਕਾਰ ਕਿਸਾਨ ਆਗੂ ਕੀ ਕਹਿ ਰਹੇ ਨੇ, ਕਿ ਆਖਰਕਾਰ ਕਿਸ ਤਰ੍ਹਾਂ ਸੁਚੇਤ ਰਹਿ ਕੇ ਸੰਘਰਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਬਹੁਤ ਵਧੀਆ ਸਾਨੂੰ ਇੱਥੇ ਮਤਲਬ ਸਾਡੇ ਕਿਸਾਨਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਹਰਿਆਣੇ ਤੋਂ ਬਹੁਤ ਵਧੀਆ ਸਹਿਯੋਗ ਸਾਡੇ ਹਰਿਆਣੇ ਵਾਲੇ ਵੀਰਾਂ ਨੇ, ਯੂਪੀ ਦੇ ਵੀਰਾਂ ਨੇ ਫਿਰ ਦੁਬਾਰਾ ਮੁੜ ਦੁਬਾਰਾ ਆ ਕੇ ਮੋਰਚਿਆਂ ਨੂੰ ਸੰਭਾਲ ਕੇ ਮੋਹਰੀ ਰੋਲ ਅਦਾ ਕਰਦੇ ਹੋਏ ਉਹਨਾਂ ਨੇ ਆ ਕੇ ਮੋਰਚਿਆਂ ਨੂੰ ਫਿਰ ਸੰਭਾਲ ਲਿਆ ਹੈ। ਇਸ ਵੇਲੇ ਮੋਰਚੇ ਫਿਰ ਮਤਲਬ ਚੜ੍ਹਦੀ ਕਲਾ 'ਚ ਨੇ, ਚੜ੍ਹਦੀ ਕਲਾ 'ਚ ਰਹਾਂਗੇ ਦੋਸਤੋ। ਸਾਰਾ ਮੈਂ ਮਤਲਬ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਅੰਦੋਲਨ ਨਾਲ ਜੁੜੇ ਵੀਰਾਂ ਨੂੰ ਮੈਂ ਇਸ ਗੱਲ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਸੀਂ ਇਸ ਅੰਦੋਲਨ ਨੂੰ ਮੁੜ ਦੁਬਾਰਾ ਸੁਰਜੀਤ ਕੀਤਾ ਹੈ, ਹੌਸਲਾ ਦਿੱਤਾ ਹੈ ਤੇ ਇਸ ਅੰਦੋਲਨ ਨੂੰ ਵੱਧ ਚੜ੍ਹ ਕੇ ਸਹਿਯੋਗ ਦੇ ਕੇ ਚਲਾਉਣ ਦਾ ਯਤਨ ਕਰ ਰਹੇ। ਨਾਲ ਹੀ ਮੈਂ ਇੱਕ ਇਹ ਵੀ ਗੱਲ ਕਹੂੰਗਾ ਕਿ ਜਿਹੜੇ ਸਾਡੇ ਕਿਸਾਨ ਬੱਚੇ ਜਾਂ ਮਜ਼ਦੂਰ ਬੱਚੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੇ ਪਰਿਵਾਰਾਂ ਨੂੰ ਮੈਂ ਬੇਨਤੀ ਕਰੂੰਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਕਿਸੇ ਵੀ ਤਰ੍ਹਾਂ ਦੀ ਮਨ ਛੋਟਾ ਕਰਨ ਦੀ ਲੋੜ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਡੇ ਬੱਚੇ ਬਹਾਦਰਾਂ ਦੇ ਹੋ ਕੇ ਬਹਾਦਰਾਂ ਦੀ ਤਰ੍ਹਾਂ ਇਸ ਮੋਰਚੇ ਦੇ ਵਿੱਚ ਉਹਨਾਂ ਨੇ ਬਹਾਦਰਾਂ ਦੀ ਥਾਂ 'ਤੇ ਨਾਂ ਦਰਜ ਕਰਵਾਇਆ ਹੈ ਔਰ ਸੰਯੁਕਤ ਮੋਰਚੇ ਵੱਲੋਂ ਤੁਹਾਡੇ ਬੱਚਿਆਂ ਦੇ ਜਿੰਨੇ ਵੀ ਮਤਲਬ ਲੀਗਲ ਆਪਣਾ ਕਾਨੂੰਨੀ ਸਲਾਹਕਾਰਾਂ ਦੀ ਲੋੜ ਪੈਣੀ ਹੈ, ਉਹਦੇ 'ਤੇ ਜਿੰਨਾ ਵੀ ਪੈਸਾ ਖਰਚ ਹੋਣਾ, ਉਹਨਾਂ ਦੇ ਕੇਸ ਮੁਕੱਦਮਿਆਂ 'ਤੇ ਜਿਹੜਾ ਪੈਸਾ ਖਰਚ ਹੋਣਾ
ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾਣਾ ਹੈ। ਤੁਹਾਨੂੰ ਕੋਈ ਚਿੰਤਾ ਨਹੀਂ। ਜਿਹੜੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਇੱਥੇ ਮਿਲਣ ਵਾਸਤੇ ਆਉਣਾ ਹੈ, ਕਈ ਪਰਿਵਾਰ ਵਿਚਾਰੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਕੋਈ ਆਰਥਿਕ ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਸਾਡੇ ਕੋਲੇ ਇੱਥੇ ਪਹੁੰਚੋ, ਤੁਹਾਡੀ ਉਸ ਤਰ੍ਹਾਂ ਦੀ ਆਰਥਿਕ ਮਦਦ ਵੀ ਕੀਤੀ ਜਾਏਗੀ। ਜਦੋਂ ਤੋਂ 26 ਜਨਵਰੀ ਦੀ ਘਟਨਾ ਵਾਪਰੀ ਹੈ, ਉਦੋਂ ਤੋਂ ਹੀ ਕੁਝ ਨੌਜਵਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਉਹਨਾਂ ਨੌਜਵਾਨਾਂ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਨੌਜਵਾਨ ਵੀਡੀਓ ਪਾ ਕੇ ਕਿਸਾਨ ਜਥੇਬੰਦੀਆਂ ਨੂੰ ਇੱਕ ਰਹਿਣ ਦੀ ਗੱਲ ਆਖਦੇ ਨੇ। ਸੋ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦੀ ਟਿੱਪਣੀ ਹੈ। ਸਿਮਰਜੀਤ ਬੈਂਸ ਨੇ ਟਿੱਪਣੀ ਉਸ ਵਕਤ ਕੀਤੀ ਹੈ ਜਦੋਂ ਉਹ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੱਡੇ ਕਾਫਲੇ ਦੇ ਨਾਲ ਦਿੱਲੀ ਦੇ ਵੱਲ ਰਵਾਨਾ ਕਰਨ ਦੇ ਲਈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਇਆ ਤੇ ਉੱਥੋਂ ਇੱਕ ਵੱਡਾ ਕਾਫਲਾ ਉਹਨਾਂ ਨੇ ਸਿੰਘੂ ਬਾਰਡਰ ਦੇ ਵੱਲ ਰਵਾਨਾ ਕੀਤਾ। ਇਸੇ ਦਰਮਿਆਨ ਉਹਨਾਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨਾਂ ਅਤੇ ਕਿਸਾਨਾਂ ਦੇ ਵਿਚਕਾਰ ਜੋ ਰੇਟ ਹੈ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਤੇ ਇਲਜ਼ਾਮਾਂ ਦੇ ਦੌਰ ਦੇ ਵਿੱਚੋਂ ਬਾਹਰ ਨਿਕਲ ਕੇ ਏਕਤਾ ਦਾ ਵੱਡਾ ਸਬੂਤ ਸਾਹਮਣੇ ਆਉਣਾ ਚਾਹੀਦਾ ਹੈ। ਸਾਰੇ ਪੰਜਾਬ ਦੀਆਂ ਛੋਟੀਆਂ ਵੱਡੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਇੱਕ ਕਰਟਸੀ ਟੈਲੀਫੋਨ ਕਾਲ ਵੀ ਕੀਤੀ ਕਿ ਜੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਆਪਸੀ ਮਤਭੇਦ ਆ ਉਹਨਾਂ 'ਚ, ਪਰ ਉਹ ਆਪਸੀ ਮਤਭੇਦ ਪਰੇ ਰੱਖ ਕੇ ਅੱਜ ਇੱਕ ਸਿਰ ਹੋ ਕੇ ਬੈਠੇ ਆ। ਉਹ ਅੱਜ ਅੰਦੋਲਨ ਨੂੰ ਇਸ ਤਰੀਕੇ ਚਲਾ ਰਿਹਾ। ਮਤਭੇਦ ਹੈਗੇ ਆ ਪਰ ਕਾਲੇ ਕਾਨੂੰਨਾਂ ਦੀ ਸਮਾਪਤੀ ਵਾਸਤੇ ਇੱਕਜੁੱਟ ਆ। ਕਾਸ਼ ਕਿਤੇ ਪੰਜਾਬ ਦੀ ਰਾਜਸੀ ਜਮਾਤ ਇੱਕ ਆਵਾਜ਼ ਇੱਕ ਹੋਕਾ ਦੇ ਦੇਵੇ, ਜਿਹੜਾ ਟੀਵੀ ਦੇ ਉੱਤੇ ਬੈਠ ਕੇ ਇੱਕ ਦੂਜੇ ਦੇ ਵਿਰੁੱਧ ਕੁੱਕੜ ਖੇਡ ਆਉਂਦੇ ਆ, ਇਹ ਬੰਦ ਕਰ ਦਈਏ। ਇੱਕੋ ਹੀ ਸਾਡਾ ਨਿਸ਼ਾਨਾ ਹੋਵੇ, ਮੱਛੀ ਨਹੀਂ, ਮੱਛੀ ਦੀ ਅੱਖ ਨਿਸ਼ਾਨਾ। ਅਸੀਂ ਇੱਕ ਦੂਜੇ ਦੇ ਵਿਰੁੱਧ ਦੂਸ਼ਣਬਾਜ਼ੀ, ਆਰੋਪ ਪ੍ਰਤੀਰੋਪ, ਝੂਠੇ ਸੱਚੇ ਇਲਜ਼ਾਮ ਇਹ ਬੰਦ ਕਰ ਦਈਏ। ਜਿੰਨੇ ਦਿਨ ਤੱਕ ਕਾਲਾ ਕਾਨੂੰਨ ਸਮਾਪਤ ਨਹੀਂ ਹੁੰਦਾ, ਸਾਡਾ ਸਾਰਿਆਂ ਦਾ ਇੱਕੋ ਹੀ ਨਿਸ਼ਾਨਾ ਹੋਵੇ, ਕਾਲਾ ਕਾਨੂੰਨ ਰੱਦ ਕਰਾਉਣ ਲਈ ਮੋਦੀ ਸਰਕਾਰ ਦੇ ਵਿਰੁੱਧ ਸਾਡੀ ਬਿਆਨਬਾਜ਼ੀ ਤੇ ਅੰਦੋਲਨ ਨੂੰ ਤਾਕਤਵਰ ਕਰਨ ਦਾ ਯਤਨ। ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ, ਕਹਿੰਦੇ ਜੀ ਤੁਸੀਂ ਪ੍ਰਧਾਨ ਮੰਤਰੀ ਤੋਂ ਟਾਈਮ ਲਓ। ਮੈਂ ਕਿਹਾ ਜੀ ਲੈ ਲਓ ਜੀ, ਸਦਕੇ ਲਓ, ਪਹਿਲਾਂ ਆਪਾਂ ਨੂੰ ਟਾਈਮ ਮਿਲਿਆ ਨਹੀਂ, ਤੁਸੀਂ ਪਹਿਲਾਂ ਵੀ ਯਤਨ ਕੀਤਾ, ਤੁਹਾਨੂੰ ਲਿਖ ਕੇ ਆ ਗਿਆ ਮੀਟ ਹੋਮ ਮਿਨਿਸਟਰ। ਤੁਸੀਂ ਐਂ ਦੱਸੋ, ਜੇ ਆਪਾਂ ਨੂੰ ਟਾਈਮ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੇ ਦਿੰਦੇ ਆ, ਕੀ ਤੁਹਾਡੇ ਕਹੇ ਤੇ ਕਾਨੂੰਨ ਰੱਦ ਹੋ ਸਕਦੇ ਆ? ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਸੀ ਵੀ ਨਹੀਂ, ਤੇ ਫਿਰ ਮੈਂ ਕਿਹਾ ਇਸ ਪਾਸੇ ਟਾਈਮ ਜਾਇਆ ਕਾਹਨੂੰ ਕਰਨਾ। ਅੱਜ ਇੱਕੋ ਗੱਲ ਦੀ ਲੋੜ ਆ, ਜੇ ਕਾਲੇ ਕਾਨੂੰਨ ਗੁਰੂ ਕਿਰਪਾ ਰੱਦ ਹੋਣੇ ਆ ਤੇ ਅੰਦੋਲਨ ਦੀ ਤਾਕਤ ਕਰਕੇ ਰੱਦ ਹੋਣੇ ਆ, ਫਿਰ ਅਸੀਂ ਅੰਦੋਲਨ ਨੂੰ ਤਾਕਤਵਰ ਕਿਉਂ ਨਹੀਂ ਕਰਦੇ? ਮੈਂ ਸੁਝਾਅ ਦਿੱਤਾ ਵੀ 115 MLA ਬੀਜੇਪੀ ਵਾਲਿਆਂ ਨੂੰ ਪਰੇ ਛੱਡ ਦਿਓ ਤੇ ਸਾਰੇ ਮੈਂਬਰ ਪਾਰਲੀਮੈਂਟ ਚਲੋ ਦਿੱਲੀ ਡੇਰਾ ਲਾਈਏ, ਕਿਸਾਨ ਅੰਦੋਲਨ ਦੀ ਸਟੇਜ ਤੋਂ ਕੋਈ 100-200 ਮੀਟਰ ਦੂਰ ਬੈਠ ਜਾਈਏ, ਤਾਂ ਕਿ ਦੇਸ਼ ਦੀ ਸਰਕਾਰ ਨੂੰ ਇੱਕ ਸਖਤ ਸੁਨੇਹਾ ਹੈਗਾ ਇਸ ਗੱਲ ਦਾ ਵੀ ਯਾਰ ਇਹ ਰਾਜਨੀਤਿਕ ਲੋਕ ਜਿਹੜੇ ਆਪਸ ਦੇ ਵਿੱਚ ਕੁੱਕੜਾਂ ਵਾਂਗੂ ਫਸਦੇ ਸੀ, ਇਹ ਕਾਲਾ ਕਾਨੂੰਨ ਰੱਦ ਕਰਨ ਵਾਸਤੇ ਸਾਰੇ ਇਕਸੁਰ ਹੋ ਗਏ। ਇਹ ਮੈਸੇਜ ਪੂਰੀ ਦੁਨੀਆ 'ਚ ਬੈਠੇ ਨਿਆਂ ਪਸੰਦ ਲੋਕ ਜਿਹੜੇ ਜਿਸਮਾਨੀ ਤੌਰ ਤੇ ਇਸ ਅੰਦੋਲਨ 'ਚ ਹਾਜ਼ਰੀ ਨਹੀਂ ਭਰ ਸਕੇ, ਦਿਲੋਂ ਇਸ ਅੰਦੋਲਨ ਦੇ ਨਾਲ ਤੁਹਾਡੇ ਮੇਰੇ ਤੋਂ ਵੱਧ ਚਿੰਤਤ ਹੋ ਕੇ ਜੁੜੇ ਹੋਏ ਆ, ਉਹਨਾਂ ਲਈ ਇੱਕ ਸ਼ੁਭ ਸੰਕੇਤ ਹੈ ਵੀ ਸ਼ੁਕਰ ਆ ਇਹਨਾਂ ਲੋਕਾਂ ਨੂੰ ਵੀ। ਪਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸਾਰੀਆਂ ਗੱਲਾਂ ਤਾਂ ਨਹੀਂ ਹੋਈਆਂ, ਪਰ ਇੱਕ ਗੱਲ ਜ਼ਰੂਰ ਹੋਈ ਕਿ ਸਾਰੀਆਂ ਧਿਰਾਂ ਇਸ ਗੱਲ ਲਈ ਰਾਜੀ ਆ ਕਿ ਅੰਦੋਲਨ ਨੂੰ ਤਾਕਤਵਰ ਕਿੱਦਾਂ ਕਰਨਾ। ਜਦੋਂ ਤੋਂ ਕਿਸਾਨ ਅੰਦੋਲਨ ਦੀ ਆਰੰਭਤਾ ਹੋਈ ਹੈ, ਉਦੋਂ ਤੋਂ ਹੀ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਫਿਲਮੀ ਅਦਾਕਾਰਾ ਕੰਗਨਾ ਰਣੌਤ। ਇਸ ਅਦਾਕਾਰਾ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚੋਂ ਸ਼ੁਰੂ ਹੁੰਦੇ ਇਸ ਕਿਸਾਨ ਅੰਦੋਲਨ ਦੇ ਉੱਤੇ ਟਿੱਪਣੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਇਹ ਟਿੱਪਣੀਆਂ ਦਾ ਦੌਰ ਤੇਜ਼ ਹੁੰਦਾ ਹੈ, ਜਿਸ ਤੋਂ ਬਾਅਦ ਇਸੇ ਟਵਿੱਟਰ ਦੇ ਉੱਤੇ ਟਵਿੱਟਰ ਵਾਰ ਸ਼ੁਰੂ ਹੁੰਦੀ ਹੈ। ਲਗਾਤਾਰ ਪੰਜਾਬ ਦੇ ਕਈ ਗਾਇਕ ਕਲਾਕਾਰਾਂ ਦੇ ਵੱਲੋਂ ਇਸ ਦਾ ਵਿਰੋਧ ਹੁੰਦਾ ਹੈ ਤੇ ਕੰਗਨਾ ਰਣੌਤ ਦੇ ਵੱਲੋਂ ਲਗਾਤਾਰ ਟਿੱਪਣੀਆਂ ਹੁੰਦੀਆਂ ਨੇ। ਇੱਕ ਵਾਰ ਫਿਰ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ, ਜਿਸ ਟਿੱਪਣੀ ਤੋਂ ਬਾਅਦ ਮਨਜੀਤ ਸਿੰਘ ਜੀਕੇ ਦੇ ਵੱਲੋਂ ਇਸ ਨੂੰ ਲੀਗਲ ਨੋਟਿਸ ਭੇਜਿਆ ਗਿਆ, ਜਿਸ ਦੇ ਕਾਰਨ ਹੁਣ ਇਸ ਅਦਾਕਾਰਾ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਮਨਜੀਤ ਸਿੰਘ ਜੀਕੇ ਨੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਇਸ ਅਦਾਕਾਰਾ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਲੈ ਕੇ ਵਿਵਾਦਤ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਉਸ ਨੂੰ ਲੈ ਕੇ ਅਸੀਂ ਇਹ ਲੀਗਲ ਨੋਟਿਸ ਇਸ ਨੂੰ ਭੇਜਿਆ। ਅਸੀਂ ਇਸ ਨੂੰ ਇਸ ਦੇ ਕਰਕੇ ਜਿਹੜਾ ਟਵਿੱਟਰ ਹੈਗਾ, ਟਵਿੱਟਰ ਦੇ MD ਨੂੰ ਅਸੀਂ ਨੋਟਿਸ ਦਿੱਤਾ, ਸਾਡੇ ਐਡਵੋਕੇਟ ਨਗਿੰਦਰ ਬੇਨੀਪਾਲ ਨੇ, ਔਰ ਇਹ ਅਸੀਂ ਦਿੱਤਾ ਕਿ ਇਹਦਾ ਅਕਾਊਂਟ ਬੰਦ ਹੋਣਾ ਚਾਹੀਦਾ, ਕਿਉਂਕਿ ਕਿਸ ਤਰੀਕੇ ਨਾਲ ਇਹ ਜ਼ਹਿਰ ਉਗਲਦੀ ਪਈ ਹੈ
मैं समझदा कि अगर इस दे उत्ते ट्विटर ने एक्शन नहीं लिया, ਅਸੀਂ ਕਾਨੂੰਨੀ ਰਸਤਾ ਲਵਾਂਗੇ, ਸਾਨੂੰ ਕੋਰਟ ਜਾਣਾ ਪਏਗਾ, ਕੋਰਟ ਜਾਵਾਂਗੇ ਤਾਂ ਕਿ ਇਹਦਾ ट्विटर ਅਕਾਊਂਟ ਬੰਦ ਕਰਾਇਆ ਜਾਵੇ। ਔਰ ਇਹ ਜਿਹੜਾ ਫालतू ਬੋਲਦੀ ਹੈ, ਜਿਹੜਾ ਮੁਲਕ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਇਸ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ। ਉਧਰ ਲਗਾਤਾਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਬੈਠੇ ਕਿਸਾਨਾਂ ਦੇ ਪਾਣੀ ਦੇ ਸਮੇਤ ਬਿਜਲੀ ਕੱਟ ਦਿੱਤੀ ਗਈ ਹੈ। ਉਹਨਾਂ ਦੇ ਰਸਤੇ ਬਲੌਕ ਕਰ ਦਿੱਤੇ ਗਏ ਨੇ, ਕੰਕਰੀਟ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ, ਲੋਹੇ ਦੀਆਂ ਤਿੱਖੀਆਂ ਕਿੱਲਾਂ ਲਗਾ ਦਿੱਤੀਆਂ ਗਈਆਂ ਨੇ। ਇਸ ਸਭ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਸੈਸ਼ਨ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਇਸ ਦੇ ਉੱਤੇ ਗੱਲਬਾਤ ਕਰਕੇ ਗਈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਸੀ ਕਿ ਲਗਾਤਾਰ ਕਿਸਾਨਾਂ ਦੇ ਨਾਲ ਅਜਿਹਾ ਵਤੀਰਾ ਨਿੰਦਣਯੋਗ ਹੈ ਤੇ ਲਗਾਤਾਰ ਜਦੋਂ ਤੋਂ ਕਿਸਾਨ ਸੰਘਰਸ਼ ਦੇ ਉੱਤੇ ਬੈਠੇ ਨੇ ਉਹਨਾਂ ਦਾ ਸੰਘਰਸ਼ ਸ਼ਾਂਤਮਈ ਹੈ, ਪਰ ਜਦੋਂ ਸ਼ਾਂਤਮਈ ਲੋਕਾਂ ਦਾ ਵੀ ਪਾਣੀ ਬੰਦ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ है। देखिए, जब देश के किसान धरने पे बैठे हुए हैं 2.5 महीने से और ये सरकार ना उनके बारे में कोई बात करती है, ना राष्ट्रपति के अभिभाषण में कुछ होता है, ना हाउस में कुछ बोला जाता है, तो जो लोगों से चुने हुए लोग यहाँ पे भेजे गए हैं, जब हमारे लोग सड़कों पे बैठ के मर रहे हैं तो हाउस में और बाकी बातें करने का मतलब ही क्या है। मैं तो इस सरकार पे हैरान हूँ कि जो सबसे गर्म मुद्दा है, सबसे अर्जेंट मुद्दा है, जिस करके लोग रोज लोगों की जाने जा रही हैं, आपने वहाँ पे एक ऐसा फोर्ट्रेस दीवारें खड़ी कर दी हैं, वहाँ पे स्पाइक्स लगा दिए हैं, ऐसे रॉड्स पुलिस को दे दिए। ये आपकी देश की जनता है, ये आपके अपने किसान हैं, देश के अन्नदाता हैं, और उनको जिस तरह से उनको ट्रीट किया जा रहा है बहुत ही शर्मनाक। 26 जनवरी ਦੀ ਘਟਨਾ ਤੋਂ ਬਾਅਦ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਸਿੰਘੂ ਬਾਰਡਰ ਹੋਵੇ, ਟਿੱਕਰੀ ਬਾਰਡਰ ਜਾਂ ਵੱਖ-ਵੱਖ ਬਾਰਡਰਾਂ ਦੇ ਉੱਤੇ ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਨੇ, ਉਸੇ ਏਰੀਏ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕਿਸਾਨਾਂ ਦਾ ਵਿਰੋਧ ਕਰਨ ਦੇ ਲਈ ਬਾਹਰ ਆਏ ਨੇ। ਪਰ ਉਸ ਤੋਂ ਬਾਅਦ ਇਸ ਚੀਜ਼ ਨੂੰ ਠੱਲ ਪੈਂਦੀ ਹੈ ਤੇ ਹੁਣ ਅਜਿਹੀਆਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਹਾਂ ਜੋ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ। ਦਿੱਲੀ ਦੇ ਵਿੱਚੋਂ ਇੱਕ ਸਾਹਮਣੇ ਆਈਆਂ ਤਸਵੀਰਾਂ ਨੇ ਜਿਸ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਇਹ ਵਿਦਿਆਰਥੀ ਖੁਦ ਆਪਣੇ ਕਾਲਜ ਦੇ ਵਿੱਚ ਇੱਕ ਵੱਡਾ ਇਕੱਠ ਲੈ ਕੇ ਪਹੁੰਚਦੇ ਨੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰਦੇ ਨੇ। ਇਸ ਮੌਕੇ ਦੇ ਉੱਤੇ ਦਿੱਲੀ ਪੁਲਿਸ ਦਾ ਭਾਰੀ ਪੁਲਿਸ ਵੱਲ ਵੀ ਨਜ਼ਰ ਆਇਆ ਤੇ ਇਹਨਾਂ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਹੋਣਾ ਚਾਹੀਦੀਆਂ ਨੇ। हम यहाँ पे सिटीजन्स मार्च के लिए इसलिए आए हैं क्योंकि ये जो तीनों कृषि कानून है, जो काले कानून है, जो हमारे देश के जो किसान है, जो मजदूर है, किसान मजदूर है, इनको बहुत बढ़िया सा एक जो एक बुरी हालत में पुश करने वाले हैं। इस जो तीनों कृषि कानून है, जो पूंजीवादी कानून है, इनके खिलाफ लड़ने के लिए यहाँ पे आए हैं। और ये पहली बार हम नहीं आए थे। जब दिल्ली के अंदर जब किसानों ने किसान मजदूरों ने दिल्ली के आउटस्कर्ट्स में, सिंघू बॉर्डर में, टिकरी बॉर्डर में और शाहजहानपुरी में भी अपने प्रोटेस्ट किए थे, तो तब भी दिल्ली के अंदर एक कॉल था जो जहाँ पे छात्र और दिल्ली के तमाम जनता आए थे और अपने जो ये जो तीनों काले कानून है इनका विरोध किया था। तब भी हम यहाँ पे आए थे, छात्र आए थे। हम अभी SFI के ऑन बिहाफ ऑफ SFI वी हैव कम हियर, SFI स्टूडेंट्स फेडरेशन ऑफ इंडिया, और हमारा ये बिलीफ है कि जो भी हमारे किसान है, ये मजदूर है, ये जो हमारे देश है, ये जो किसानों और मजदूरों की होनी चाहिए, कोई पूंजीवादी MNC इसका नहीं होना चाहिए। और ये बात आने वाले थे यहाँ। ਉਧਰ ਬੀਤੇ ਦਿਨੀ ਸੁਖਵੀਰ ਬਾਦਲ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਕਾਰ ਰੇੜਕਾ ਬਣਿਆ ਹੋਇਆ ਹੈ। ਵੱਖੋ ਵੱਖਰੇ ਸਿਆਸੀ ਇਲਜ਼ਾਮਾਂ ਦੀ ਚੜੀ ਲਗਾਤਾਰ ਲੱਗੀ ਹੋਈ ਹੈ। ਇਸੇ ਦਰਮਿਆਨ ਦਲਜੀਤ ਸਿੰਘ ਚੀਮਾ ਦੇ ਨਾਲ ਅਕਾਲੀ ਦਲ ਦਾ ਇੱਕ ਵਫਦ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਮਿਲਿਆ, ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਸੁਰੱਖਿਆ ਵਧਾ ਕੇ ਜਿਹੜੀ ਚੋਣ ਪ੍ਰਕਿਰਿਆ ਹੈ ਉਹ ਕਰਵਾਈ ਜਾਣੀ ਚਾਹੀਦੀ ਹੈ। ਇੱਕ ਪਾਰਟੀ ਦੇ ਸਟੇਟ ਦੇ ਪ੍ਰੈਜ਼ੀਡੈਂਟ ਦੇ ਉੱਤੇ ਜਿਹੜੇ ਫਾਰਮਰ ਡਿਪਟੀ ਚੀਫ ਮਿਨਿਸਟਰ ਵੀ ਆ ਔਰ ਨਾਲ ਜਿਹੜੇ ਪਹਿਲੇ ਹੋਮ ਮਿਨਿਸਟਰ ਵੀ ਆ ਔਰ ਜਿਨ੍ਹਾਂ ਕੋਲੇ Z+ ਸਿਕਿਉਰਿਟੀ ਹੈ, ਉਸ ਸ਼ਖਸੀਅਤ ਦੇ ਉੱਤੇ ਐਡਾ ਵੱਡਾ ਹਮਲਾ ਹੋਇਆ। ਔਰ ਕਮਿਸ਼ਨ ਦੀ ਜ਼ਬਾਨੀ ਹੈ ਕਿ ਹੁਣ ਤੱਕ ਕੋਈ ਰਿਪੋਰਟ ਜਿਹੜੀ ਹੈ ਸਰਕਾਰ ਨੇ ਨਹੀਂ ਭੇਜੀ। ਮੈਂ ਸਮਝਦਾ ਕਿ ਇਹੋ ਜਿਹੇ ਕਮਿਸ਼ਨ ਦਾ ਕੋਈ ਫਾਇਦਾ ਨਹੀਂ, ਲੋਕਾਂ ਨੂੰ ਧੋਖੇ 'ਚ ਰੱਖਣ ਦਾ ਕੋਈ ਫਾਇਦਾ ਨਹੀਂ। ਜਿਹੜੇ ਕਮਿਸ਼ਨ ਨੂੰ ਸਰਕਾਰ ਬਿਲਕੁਲ ਕੋਈ ਸਮਝਦੀ ਨਹੀਂ, ਜਿਹੜੇ ਕਮਿਸ਼ਨ ਨੂੰ ਸਰਕਾਰ ਜਿਹੜੀ ਹੈ ਜਵਾਬ ਦੇਣਾ ਠੀਕ ਨਹੀਂ ਸਮਝਦੀ, ਇਹ ਅਨਸੈਸਰਲੀ ਜਿਹੜਾ ਐਕਸਚੇਕਰ ਦੇ ਉੱਤੇ ਬਰਡਨ ਹੈ, ਇਸ ਕਮਿਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ। ਹੁਣ ਅਸੀਂ ਕਿਹਾ ਜੀ, ਕਹਿੰਦੇ ਮੈਂ ਰਿਮਾਈਂਡਰ ਦੇ ਸਕਦਾ ਜੀ, ਮੈਂ ਕੁਝ ਕਰ ਨਹੀਂ ਸਕਦਾ।
ਫੀਲਡ ਦੇ ਵਿੱਚ ਇਸ ਲੈਵਲ ਦੇ ਉੱਤੇ ਜੇ ਇਲੈਕਸ਼ਨ ਦੇ ਵਿੱਚ ਹਮਲੇ ਹੋਣਗੇ, ਕਮਿਸ਼ਨ ਨੂੰ ਚਿੰਤਾ ਨਾ ਹੋਵੇ, ਤਾਂ ਦੱਸੋ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਦੀ ਜਿਹੜੀ ਹੈ ਉਹ ਗੱਲ ਕਿੱਥੇ ਕਰ ਸਕਦੇ ਹੋ? ਇਹ ਹਾਲ ਹੈ ਸਟੇਟ ਦੇ ਇਲੈਕਸ਼ਨ ਕਮਿਸ਼ਨ ਦਾ ਕਿ ਸੂਬੇ ਦੀ ਮਸ਼ੀਨਰੀ ਉਹਨੂੰ ਕਮਿਸ਼ਨ ਨੂੰ ਅੱਜ ਆਨਸਰੇਬਲ ਨਹੀਂ ਹੈ। ਮੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਵੀ ਪੁੱਛਦਾ ਕਿ ਕੀ ਹਾਲਤ ਹੈ ਪੰਜਾਬ ਦੇ, ਕੋਈ ਆ ਕੇ ਆਪਣੇ ਰਾਜ ਭਵਨ ਤੋਂ ਬਾਹਰ ਨਿਕਲ ਕੇ ਦੇਖੋ, ਤੁਹਾਨੂੰ ਸੂਬੇ ਦੇ ਹਾਲਾਤਾਂ ਬਾਰੇ ਚਿੰਤਾ ਹੋਣੀ ਚਾਹੀਦੀ ਹੈ। ਇੱਕ ਤਾਂ ਇਸ ਗੱਲ ਦਾ ਮੈਨੂੰ ਜਿਹੜਾ ਸਖਤ ਇਤਰਾਜ਼ ਹੈ ਕਮਿਸ਼ਨ ਦੀ ਵਰਕਿੰਗ ਦੇ ਉੱਤੇ ਵੀ, ਇਹਦੀ ਇਨਐਫੀਸ਼ੀਐਂਸੀ ਦੇ ਉੱਤੇ ਵੀ, ਕਿ ਇਸ ਤਰ੍ਹਾਂ ਡੈਮੋਕ੍ਰੇਸੀ ਦੇ ਵਿੱਚ ਜੇ ਕਮਿਸ਼ਨ ਨੇ ਜੇ ਕੁਝ ਨਹੀਂ ਕਰ ਸਕਦਾ ਤੇ ਫਿਰ ਕਮਿਸ਼ਨਰ ਨੂੰ ਛੱਡ ਦੇਣਾ ਚਾਹੀਦਾ। ਇਹ ਕੋਈ ਫਾਇਦਾ ਨਹੀਂ ਹੈ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਸਾਰਾ ਦਿਨ ਇੱਥੇ ਬੈਠੇ ਰਹਿਣ ਦਾ। ਅੱਜ ਜਿਹੜੀ ਜੀਰੇ ਦੇ ਵਿੱਚ ਇਨਸੀਡੈਂਟ ਹੋਈ ਹੈ ਕਿ ਸਾਡੇ ਉਮੀਦਵਾਰਾਂ ਨੂੰ ਕੱਲ ਜਦੋਂ ਡਿਪਟੀ ਕਮਿਸ਼ਨਰ ਦੇ ਬਾਕੀ ਅਫਸਰ ਸਾਹਿਬਾਨ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਇੱਥੇ ਨੋਮੀਨੇਸ਼ਨ ਫਾਈਲ ਨਹੀਂ ਕਰਨ ਦੇ ਰਹੇ, ਅੱਜ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਕਿ ਆਪ ਅਫਸਰ ਲੈ ਕੇ ਜਾਏਗਾ, ਤੁਹਾਡੇ ਨੋਮੀਨੇਸ਼ਨ ਫਾਈਲ ਕਰਾਏਗਾ। ਉਧਰ ਹਰਿਆਣਾ ਤੋਂ ਭਾਜਪਾ ਦੇ ਆਗੂ ਸੁਸ਼ੀਲ ਗੁਪਤਾ ਦੇ ਵੱਲੋਂ ਵੀ ਟਿੱਪਣੀ ਭਾਜਪਾ ਨੂੰ ਲੈ ਕੇ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਜੋ ਲਗਾਤਾਰ ਕਿਸਾਨਾਂ ਨੂੰ ਲੈ ਕੇ ਟਿੱਪਣੀਆਂ ਹੋ ਰਹੀਆਂ ਨੇ ਇਹ ਇਤਰਾਜ਼ਯੋਗ ਨੇ ਤੇ ਇਹਨਾਂ ਦੇ ਉੱਤੇ ਇਤਰਾਜ਼ ਉਹਨਾਂ ਦੇ ਵੱਲੋਂ ਕੀਤਾ ਵੀ ਗਿਆ। दर्जनों एफआईआर इनके खिलाफ दर्ज हुई, 47 किसान लापता हैं। सरकार ने इंटरनेट सर्विस बंद कर दी, सरकार ने इनकी बिजली काट दी, पानी काट दिया, शौचालय हटा दिए, भोजन की व्यवस्था वहाँ पे ना पहुँच सके, सड़कों पे 5-5 फुट सीमेंट की बैरिकेटिंग ऐसी करा दी, कंटीली तार और ज़मीन के अंदर सरिये और नुकीले भाले गाड़ के ऐसा कर दिया कि किसान पैदल भी दिल्ली की तरफ ना आ सके। मैंने ऐसी सिक्योरिटी इंटरनेशनल बॉर्डर्स के ऊपर भी नहीं देखी। राजधानी के चारों तरफ छावनी में तब्दील करके किसानों के अंदर एक भय का माहौल पैदा करके उनको वापस भेजना चाहते हैं, परंतु किसान शांतिपूर्ण आंदोलन के साथ बैठे हुए हैं और लगातार बॉर्डर के ऊपर अपना संघर्ष कर रहे हैं। आम आदमी पार्टी के सांसद तीनों हम मिलकर आज चाहते थे कि राज्यसभा में तीनों कृषि बिलों को वापस लेने के संबंधित चर्चा हो, परंतु सरकार चाहती थी कि राष्ट्रपति के अभिभाषण के दौरान किसानों पे भी बात कर लें। जो 70 मुद्दे और हैं उनके बीच में एक मुद्दा बना के इस पर बात कर लें। आम आदमी पार्टी का स्पष्ट कहना था कि आप वार्ता बहुत हो चुकी हैं, किसानों की और सरकार की वार्ता भी बहुत हो चुकी है, परंतु जो किसानों के डेथ वारंट के रूप में 3 कानून है आप इनको वापस लेने पर चर्चा करें और वो चर्चा कराएं। जब सरकार ने ये बात नहीं मानी तो हमने वहाँ पे अपनी आवाज़ को बुलंद किया। हमें आज के लिए सदन की कार्रवाई से सस्पेंड कर दिया गया, आम आदमी पार्टी के तीनों सांसद, परंतु ये हमें जो मर्जी सजा दें, किसानों की आवाज़ को हम ऐसे दबने नहीं देंगे और उनकी आवाज़ के अंदर अपनी आवाज़ मिलाकर सरकार को इस बात को मानने के लिए मजबूर करेंगे कि वो तीनों काले कानून वापस लें। उधर पंजाब ਦੇ ਵਿੱਚ ਸਿਆਸੀ ਜ਼ਮੀਨ ਵੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ। ਇਸ ਸਿਆਸੀ ਰੇੜਕੇ ਦੇ ਵਿੱਚ ਖਾਸ ਤੌਰ ਤੇ ਉੱਤੇ ਨਗਰ ਨਿਗਮ ਚੋਣਾਂ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ ਜਾ ਰਿਹਾ ਹੈ। ਉਧਰ ਇੱਕ ਪਾਸੇ ਜਿੱਥੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਨਾਮਜ਼ਦਗੀਆਂ ਦਾਖਲ ਹੋ ਰਹੀਆਂ ਨੇ, ਇਸੇ ਨਾਮਜ਼ਦਗੀਆਂ ਦੇ ਦੌਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਇਲਾਕਿਆਂ ਦੀਆਂ ਤਸਵੀਰਾਂ ਨੇ। ਰੂਪਨਗਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਜਿੱਥੇ ਰੂਪਨਗਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹਨਾਂ ਨਗਰ ਨਿਗਮ ਚੋਣਾਂ ਨੂੰ ਲੜਨ ਵਾਲੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ। ਸਾਡੇ ਜੀ 21 ਟੋਟਲ ਵਾਰਡ ਨੇ ਔਰ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਸੀਂ 21 ਦੇ 21 ਵਾਰਡਾਂ ਵਿੱਚ ਆਪਣੇ ਕੈਂਡੀਡੇਟ ਖੜੇ ਕੀਤੇ ਆ। ਸਾਡੇ 15 ਕੈਂਡੀਡੇਟਾਂ ਨੇ ਕੱਲ ਨੋਮੀਨੇਸ਼ਨ ਪੇਪਰ ਫਾਈਲ ਕਰਤੇ ਸੀ ਔਰ 6 ਕੈਂਡੀਡੇਟਾਂ ਨੇ ਅੱਜ ਨੋਮੀਨੇਸ਼ਨ ਪੇਪਰ ਸਾਡੇ ਉਹ ਫਾਈਲ ਕਰਤੇ ਆ। ਸਾਰੇ ਵਾਰਡਾਂ 'ਚੋਂ ਅਸੀਂ ਸ਼ਹਿਰ ਦੇ ਵਿੱਚੋਂ ਚੋਣ ਲੜ ਰਹੇ ਹਾਂ। ਕਿਹੜੇ ਮੁੱਦਿਆਂ ਤੇ ਜਿਹੜੀ ਚੋਣ ਲੜੀ ਜਾ ਰਹੀ ਹੈ ਜੀ? ਸਾਡਾ ਮੁੱਖ ਮੁੱਦਾ ਜਿਹੜਾ 2012 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵਿਕਾਸ ਹੋਇਆ, ਉਸ ਤੋਂ ਬਾਅਦ ਸਾਡੀ ਜਿਹੜੀ ਪਿਛਲੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਹੈ, ਜਿਹੜੀ ਕਿ ਸਿਰਫ ਸ਼ਹਿਰ ਪੱਧਰ ਤੇ ਨਹੀਂ, ਜ਼ਿਲ੍ਹਾ ਪੱਧਰ ਤੇ ਨਹੀਂ, ਬਲਕਿ ਪੰਜਾਬ ਵੀ ਨਹੀਂ, ਨੈਸ਼ਨਲ ਪੱਧਰ ਤੇ ਜਿਹੜਾ ਨਗਰ ਕੌਂਸਲ ਦਾ ਨਾਮ ਹੋਇਆ, ਜੋ ਵਿਕਾਸ ਹੋਇਆ ਔਰ ਜੋ ਕਾਂਗਰਸ ਸਰਕਾਰ ਵੱਲੋਂ ਰੋਪੜ ਸ਼ਹਿਰ ਨੂੰ ਅਣਗੌਲਿਆਂ ਕੀਤਾ ਗਿਆ, ਇਸ ਮੁੱਦੇ ਨੂੰ ਲੈ ਕੇ ਅਸੀਂ ਇਹ ਚੋਣ ਲੜ ਰਹੇ ਹਾਂ। ਕਾਫੀ ਜਿਹੜੇ ਹੈਗੇ ਕੰਮ ਪਏ ਵੀ ਹਲੇ ਹੋਏ ਨਹੀਂ ਕਾਫੀ ਕੰਮ ਜਿਹੜਾ ਹੈ ਨਗਰ ਕੌਂਸਲਾਂ ਦੇ ਕੰਮ ਇਹ ਹਮੇਸ਼ਾ ਹੀ ਔਨਗੋਇੰਗ ਪ੍ਰੋਸੈਸ ਹੁੰਦਾ ਹੈ। ਕੰਮ ਹੁੰਦੇ ਵੀ ਆ ਔਰ ਕੰਮ ਨਿਕਲਦੇ ਵੀ ਆ, ਕੰਮ ਕ੍ਰੀਏਟ ਵੀ ਹੁੰਦੇ ਆ, ਕੰਮ ਚੱਲਦੇ ਰਹਿੰਦੇ ਆ। ਪਰ ਅੱਜ ਵੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਨੂੰ ਲੋਕ ਬਹੁਤ ਖੁਸ਼ੀ ਨਾਲ ਦੇਖ ਰਹੇ ਆ। ਅਕਾਲੀ ਦਲ ਇਸ ਵਾਰੀ ਭਾਜਪਾ ਤੋਂ ਅਲੱਗ ਹੋ ਕੇ ਲੜ ਰਿਹਾ, ਕਿਵੇਂ ਦੇਖਦੇ ਹੋ ਭਾਜਪਾ ਵੀ ਚੋਣ ਮੈਦਾਨ ਦੇ ਵਿੱਚ? ਭਾਜਪਾ ਦਾ ਜੋ ਹਾਲ ਹੈ ਇਸ ਟਾਈਮ ਸੂਬੇ 'ਚ ਹੀ ਕੀ ਬਲਕਿ ਮੈਂ ਕਹਿੰਦਾ ਨਾਲ ਦੇ ਸੂਬਿਆਂ 'ਚ ਵੀ ਜਿਹੜਾ ਹਾਲ ਹੈ ਉਹ ਸਾਰਿਆਂ ਨੂੰ ਪਤਾ ਹੈ। ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ।
ਔਰ ਅਸੀਂ 21 ਵਾਰਡਾਂ 'ਚ ਚੋਣਾਂ ਸ਼ਾਨ ਨਾਲ ਲੜਾਂਗੇ ਤੇ ਸ਼ਾਨ ਨਾਲ ਜਿੱਤਾਂਗੇ। ਸਾਡੇ ਟੋਟਲ ਜਿਹੜੀ ਨੋਮੀਨੇਸ਼ਨ ਸਾਨੂੰ ਹਾਸਿਲ ਹੋਈਆਂ ਨੇ ਉਹ 122 ਨੇ, ਜਿਨ੍ਹਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀਆਂ 38 ਨੇ ਤੇ ਕਾਂਗਰਸ ਦੀਆਂ 28, ਆਮ ਆਦਮੀ ਪਾਰਟੀ ਦੀਆਂ 25 ਤੇ BSP ਬਹੁਜਨ ਸਮਾਜ ਪਾਰਟੀ ਦੀ 1 ਆ ਤੇ BJP ਦੀਆਂ 14 ਔਰ ਇੰਡੀਪੈਂਡੈਂਟ ਜਿਹੜੇ ਆ 16 ਸਾਡੇ ਕੋਲ ਨੋਮੀਨੇਸ਼ਨਾਂ ਜਿਹੜੀਆਂ ਸਾਨੂੰ ਪ੍ਰਾਪਤ ਹੋਈਆਂ। ਸਰ ਅਗਲਾ ਪ੍ਰੋਸੈਸ ਕੀ ਹੈ ਇਸ ਤੋਂ ਬਾਅਦ? ਕੱਲ੍ਹ ਨੂੰ ਅਸੀਂ ਇਹਦੀ ਹੈਗੀ ਜੀ ਪੜਤਾਲ ਕਰਾਂਗੇ ਜਿੰਨੀਆਂ ਵੀ ਨੋਮੀਨੇਸ਼ਨਾਂ ਸਾਨੂੰ ਮਿਲੀਆਂ ਨੇ ਤੇ ਉਦੋਂ ਬਾਅਦ ਫਿਰ 5 ਤਰੀਕ ਨੂੰ ਜਿਹੜੀ ਹੈਗੀ ਆ ਉਹ ਵਿਡਰਾ ਲਿਆ, ਜਿਹੜੇ ਕੈਂਡੀਡੇਟ ਆਪਣੇ ਕੋਈ ਨਾਮ ਵਾਪਸ ਲੈਣਾ ਚਾਹੁੰਦੇ ਹੋਣਗੇ ਤੇ ਉਹ ਆਪਣੇ ਨਾਮ 5 ਤਰੀਕ ਨੂੰ ਉਹ ਵਾਪਸ ਲੈ ਸਕਦੇ। ਤੇ ਸਰ ਕਿੰਨੇ ਵਾਰਡਾਂ ਉੱਤੇ ਜਿਹੜੀ ਹੈਗੀ ਚੋਣ ਹੋਣ ਜਾ ਰਹੀ ਹੈ ਤੇ ਕਿੰਨੇ ਬੂਥ ਜਿਹੜੇ ਹੈਗੇ ਬਣਾਏ ਗਏ? ਟੋਟਲ ਸਾਡੇ ਹੈਗੇ 21 ਵਾਰਡਾਂ ਹੈਗੀਆਂ ਨੇ ਤੇ ਔਰ ਸਾਡੇ ਪੋਲਿੰਗ ਜਿਹੜੇ ਹੈਗੇ ਬੂਥ ਆ ਉਹ 43 ਨੇ। ਕਿੰਨੇ ਵੋਟਰ ਹੈਗੇ ਟੋਟਲ ਦੀ, ਮੇਲ ਫੀਮੇਲ ਸਾਰੇ? ਟੋਟਲ ਜਿਹੜੇ ਵੋਟਰ ਨੇ ਉਹ ਸਾਡੇ 42,677 ਵੋਟਰ ਹੈਗੇ ਨੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਾ ਹੀ ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।